देखो प्लानिंग ਅਸੀਂ ਪਲੈਨਿੰਗ ਕਿੱਦਾਂ ਕਰਨੀ ਹੈ। ਜੇ ਤੁਹਾਨੂੰ ਕੁਐਸਚਨ ਦੇਤਾ, ਕੁਝ ਤੁਸੀਂ ਕੁਐਸਚਨ ਪੜਿਆ, ਕੁਐਸਚਨ ਦਾ मीनिंग ਦੇਖਿਆ, ਠੀਕ ਹੈ। ਉਸ ਤੋਂ ਬਾਅਦ ਕੀ ਕਰਨਾ ਤੁਸੀਂ, ਉਸ ਤੋਂ ਬਾਅਦ ਤੁਸੀਂ ਪਲਾਨ ਕਰਨਾ। 5 ਮਿੰਟ ਤੁਹਾਡੇ ਪਲੈਨਿੰਗ ਦੇ ਹੋਏਗੇ। 40 ਮਿੰਟ ਦਾ ਐਸੇ ਹੁੰਦਾ, 40 ਮਿੰਟ ਚ 5 ਮਿੰਟ ਪਲੈਨਿੰਗ ਕਰਨੀ ਕਰਨੀ, नो मैटर व्हाट। प्लानिंग करोगे तो ਤੁਹਾਡਾ ਅੱਗੇ ਐਸੇ ਲਿਖਿਆ ਜਾਏਗਾ, ਸਹੀ ਲਿਖਿਆ ਜਾਏਗਾ, सही तरीके ਨਾਲ लिखा जाएगा, गलतियां नहीं होगी। प्लानिंग नहीं करोगे, पहला स्टेप मिस कर देता, आगे ऐसे भी खराब होएगा। ठीक है। हुण प्लानिंग करनी क्यों इंपॉर्टेंट है? प्लानिंग इसलिए इंपॉर्टेंट है क्योंकि तुसी एक 5 मिनट तुसी पक्का डिवोट कर ले। 5 मिनटां च मैं सोचना है की लिखना है, मैं सारा कुछ एक अपनी छोटी जी शीट ते या फिर तुहाडा जो क्वेश्चन पेपर हुंदा ओहदे ते मैं लिख लेना। ठीक है। जे तुसी प्लान नहीं करदे तो स्टूडेंट दा की अप्रोच हुंदी है, स्टूडेंट ने 1-2 लाइनां लिखणियां फिर सोचण बह जाना, फिर लिखणियां फिर सोचण बह जाना। ठीक है। फिर उन्हें रेज करना, फिर दोबारा लिखेगा, ਇਹਦੇ ਵਿੱਚ ਕੀ ਹੁੰਦਾ, ਟਾਈਮ ਵੇਸਟ ਹੁੰਦਾ, ਸਟੂਡੈਂਟ ਦਾ ਕੌਨਫੀਡੈਂਸ ਲੂਜ਼ ਹੁੰਦਾ ਤੇ ਸਟੂਡੈਂਟ ਨੂੰ ਆਈਡੀਆ ਨਹੀਂ ਆਉਂਦਾ, ਪਤਾ ਨਹੀਂ ਲੱਗਦਾ ਮੈਂ ਐਸੇ ਦਾ ਫਲੋ ਕਿੱਦਾਂ ਬਣਾਉਣਾ, ਲਿਖਿਆ ਨਹੀਂ ਜਾਂਦਾ ਕਿਉਂਕਿ ਪਤਾ ਹੀ ਨਹੀਂ ਮੈਂ ਲਿਖਣਾ ਕੀ ਹੈ। ਠੀਕ ਹੈ। ਪਲੈਨਿੰਗ ਦੇ ਵਿੱਚ ਸਾਨੂੰ ਪਤਾ ਵੀ ਲੱਗੇਗਾ ਮੈਂ ਕੀ ਲਿਖਣਾ, ਕਿਹੜੇ ਕਿਹੜੇ ਪੁਆਇੰਟ ਲਿਖੇ, ਕਿਹੜੀ ਕਿਹੜੀਆਂ ਗੱਲਾਂ ਲਿਖਣੀਆਂ, ਉਹ ਸਾਰਾ ਕੁਝ ਅਸੀਂ ਪਲੈਨਿੰਗ 'ਚ ਲਿਖ ਲੈਣਾ। ਠੀਕ ਹੈ। ਤੇ ਜਦੋਂ ਰਾਈਟਿੰਗ ਟਾਈਮ ਆਣਾ 30 ਮਿੰਟਸ, ਉਦੋਂ ਸਿਰਫ ਲਿਖਣਾ ਹੈ। ਦੇਖੋ ਪਲੈਨਿੰਗ ਸ਼ੀਟ ਤੋਂ ਦੇਖੋ ਕੀ ਲਿਖਣਾ, ਪਹਿਲਾ ਪੁਆਇੰਟ, ਦੂਜੀ ਲਾਈਨ, ਤੀਜੀ ਲਾਈਨ ਕੀ ਲਿਖਣੀ ਤੇ ਲਿਖਦੇ ਜਾਓ, ਦੈਟਸ ਇਟ। ਅਸੀਂ ਪਲੈਨਿੰਗ ਹੀ ਲਾਈਨ ਵਾਈਜ਼ ਕਰਨੀ ਕਿ ਮੇਰੀ ਐਸੇ ਦੀ ਪਹਿਲੀ ਲਾਈਨ ਤੋਂ ਨੀਚੇ ਦੀ ਦੂਜੀ ਕੀ ਤੀਜੀ, ਜਿੱਦਾਂ ਅਸੀਂ ਪਲਾਨ ਕਰਾਂਗੇ ਉਦੀ ਉਦੀ ਲਾਈਨਾਂ ਸੈਂਟੈਂਸਸ ਲਿਖਦੇ ਜਾਣਾ। ਠੀਕ ਹੈ। ਇਨੀ ਗੱਲ ਸਮਝ ਆਈ? ठीक है। तो देखो प्लानिंग कितना करनी है, यूज ओनली वर्ड, शॉर्ट फॉर्म, साइंस, अवॉइड राइटिंग होल सेंटेंसेस व्हाइल प्लानिंग। जो ਅਸੀਂ ਪਲਾਨ ਕਰਦੇ ਨਾ ਚੀਜ਼ਾਂ, ਪਲਾਨਿੰਗ ਦੇ ਵਿੱਚ ਅਸੀਂ ਸਿਰਫ वर्ड्स लिखते हैं, साइंस ਦਾ ਪਾ ਦਿੰਦੇ ਆਪਣੇ ਅਕੋਰਡਿੰਗ, ਜਿਹਦਾ ਹਾਈ ਕੀਤਾ ਹਾਈ ਨੂੰ ਉੱਪਰ ਐਰੋ ਕਰ ਦਿੱਤੀ, ਡਾਊਨ ਕੀਤਾ ਡਾਊਨ ਨੂੰ ਨੀਚੇ ਐਰੋ ਕਰ ਦਿੱਤੀ, ਲੈਫਟ ਦਾ ਸਾਈਨ ਇਧਰ ਨੂੰ ਕਰਦਾ, ਰਾਈਟ ਦਾ ਇਹਨੂੰ ਕਰ ਦਿੱਤਾ, ਜਾਂ ਗਵਰਨਮੈਂਟ ਦਾ ਜੀ ਲਿਖਦੇ ਆ। ਠੀਕ ਹੈ। ਪੀਪਲ ਨੂੰ ਅਸੀਂ ਹਰ ਵਾਰ ਪੀ ਲਿਖਦੇ ਆ, ਚਿਲड्रन ਨੂੰ ਮੈਂ ਸੀ ਲਿਖ ਲਿਆ। ਆਪਣੇ ਅਕੋਰਡਿੰਗ ਤੁਸੀਂ ਕੋਈ ਵੀ ਨਿਊਮੈਟਿਕਸ ਬਣਾ ਸਕਦੇ ਹੋ, ਸ਼ਾਰਟ ਫਾਰਮਸ ਬਣਾ ਸਕਦੇ ਵਰਡਸ ਦੇ, ਤਾਂ ਕਿ ਤੁਹਾਨੂੰ ਜ਼ਿਆਦਾ ਨਾ ਲਿਖਣਾ ਪਵੇ। ਸ਼ਾਰਟ ਵਰਡਸ ਲਿਖੋ, ਸਿਰਫ ਵਰਡਸ ਲਿਖੋ, ਸੈਂਟੈਂਸਸ ਨਹੀਂ ਲਿਖਣੇ ਹੁੰਦੇ ਪਲਾਨਿੰਗ 'ਚ। ਦੂਜੀ ਗੱਲ, 5 ਮਿੰਟ ਹੁੰਦੇ, ਪੰਜੋ ਦੇ 5 ਮਿੰਟ ਅਸੀਂ ਪਲਾਨ ਕਰਨੇ ਹੁੰਦੇ। ठीक है। प्लानिंग किद्दां करनी है, ਅਸੀਂ ਸ਼ੀਟ ਲਈ, ਸ਼ੀਟ ਦੇ 5 ਕਾਲਮ ਬਣਾ ਲੈਣੇ, 3 4 5 6 ਕਾਲਮ ਬਣਾ ਲੈਣੇ। ਠੀਕ ਹੈ। 6 ਕਾਲਮ ਬਣਾਏ, ਉੱਪਰ ਤੁਸੀਂ ਲਿਖ ਦੇਣਾ आई फॉर इंट्रोडक्शन, BP1 BPI मतलब बड़ी पैराग्राफ 1, BP2 मतलब बड़ी पैराग्राफ 2, BP3 जे थर्ड पैराग्राफ बनाने की जरूरत है। BP3 ਅਸੀਂ ਕਿਹੜੇ ਐਸੇ 'ਚ ਬਣਾਉਂਦੇ ਆ, थर्ड पैराग्राफ ਕਿਹੜੇ ਕੁਐਸਚਨ 'ਚ ਬਣਾਉਂਦੇ, ਕੱਲ ਦੱਸਿਆ ਸੀ। ओपिनियन देना ਹੁੰਦਾ ਮੈਂ। ओपिनियन ਤਾਂ ਅਸੀਂ ਉਦਾਂ ਵੀ ਸਾਨੂੰ ਪੁੱਛਦੇ व्हाट इज योर ओपिनियन, ਇਹ ਵੀ ਕੁਐਸਚਨ ਆਂਦਾ ਹੈ। एग्री डिसएग्री ਵੀ ओपिनियन। ਹਾਂਜੀ ਹਾਂਜੀ। ਜਦੋਂ ਹੋਵੇ both view plus opinion, both view ਦੇ ਨਾਲ opinion ਪੁੱਛਿਆ ਹੋਵੇ ਉਦੋਂ, ਤੇ extent ਵਾਲਾ ਜਦੋਂ ਕੁਐਸਚਨ ਹੋਵੇ ਉਦੋਂ। ਠੀਕ ਹੈ। ਅਸੀਂ ਕਨਫਿਊਜ਼ਨ ਲਿਖ ਲਾਂ, ਕਨਫਿਊਜ਼ਨ ਦਾ CON ਲਿਖ ਲਓ ਜਾਂ C ਲਿਖ ਲਓ, ਵੋਕੈਬਲਰੀ ਦਾ V ਲਿਖ ਲੈਣਾ, ਨੀਚੇ ਕਨੈਕਟਰ ਦਾ C ਲਿਖਣਾ। ठीक है। अच्छे कॉलम बना ले, ਉਹਦੇ ਟਾਈਟਲ ਦੇ ਦਿੱਤੇ, ਸ਼ਾਰਟ ਫਾਰਮ ਚ I BP1 BP2, ਕਨਕਲੂਜਨ ਦਾ ਵੋਕੈਬਲਰੀ ਦਾ V, ਕਨੈਕਟਰ ਦਾ C। ਵੋਕੈਬਲਰੀ ਤੇ ਕਨੈਕਟਰ ਵਿੱਚ ਥੋੜੀ ਜਗ੍ਹਾ ਛੱਡ ਦੇਣੀ। ਗॉट इट। ਫਿਰ ਤੁਸੀਂ ਕੀ ਜਾਣਾ, ਪਹਿਲਾ ਵੋਕੈਬਲਰੀ ਵਾਲਾ ਕਾਲਮ ਫਿਲ ਕਰਨਾ। ਵੋਕੈਬ ਦੇ ਵਿੱਚ ਕੀਵਰਡਸ ਜੋਟ ਡਾਊਨ ਕਰੋ ਤੇ ਰਾਈਟ ਸਿਨੋਨਿਮ। ਠੀਕ ਹੈ। ਵੋਕੈਬਲਰੀ ਆ ਹੋ ਗਈ, ਵੋਕੈਬਲਰੀ ਦਾ ਕਾਲਮ ਆਇਆ, ਇਹਦੇ ਵਿੱਚ ਜੋ ਵੀ ਕੀਵਰਡਸ ਹੋਗੇ ਕੁਐਸਚਨ ਦੇ ਕੀਵਰਡਸ, ਜਿੱਦਾਂ ਹੁਣ ਆ ਵਾਲਾ ਕੁਐਸਚਨ ਆ ਸਾਡਾ, smoking leads to many health issues, so some people think it should be banned at public places। कीवर्ड की हो गया, पहला कीवर्ड की हो गया, पहला कीवर्ड की होया, बोलो। लिखना ने आपा स्मोकिंग लिख लिया, ओके, लीड्स लिख लिया। उस तो बाद साडा दूसरा मैनी आ गया, फिर आ गया हेल्थ, फिर आ गया इश्यूज, फिर आ गया सो, फिर आ गया सम पीपल, ओके, फिर आ गया थिंक, लिख लिया। शुड लिख लिया, शुड बी बैंड, बैंड लिख लिया। पब्लिक प्लेसेस, पब्लिक प्लेसेस लिख लिया। ठीक है। इश्यूज, पब्लिक प्लेसेस लिख लिया। इस तो बाद ਅਸੀਂ ਕੀਵਰਡ ਜਿਹੜਾ ਲਿਖ ਲੈ, ਕੀਵਰਡਸ ਤੋਂ ਬਾਅਦ ਅਸੀਂ ਕੀ ਕਰਨਾ, ਉਹਦੇ ਸਿਨੋਨਿਮ ਲਿਖਣੇ। ਸਿਨੋਨਿਮ ਜਿਹੜੇ ਸਾਨੂੰ ਪਤਾ, ਸਮੋਕਿੰਗ ਨੂੰ ਅਸੀਂ ਸਮੋਕਿੰਗ ਹੀ ਕਹਿ ਸਕਦੇ ਆ, ਸਮੋਕ ਕਰਨਾ। ਠੀਕ ਹੈ।
या फिर पफ्स लेने भी कह सकते, पर इनफॉर्मल हो जाता, स्मोकिंग स्मोकिंग ही लेगा। लीड्स का मतलब वो इदा करदा पिया, मतलब इट कॉजेस, लीड का मतलब कॉज इट रिजल्ट्स इन, ठीक है। चलो मैंने इन्हें याद आया, ऐसे इन्हें लिख ले। उस तो बाद आ जाओ मैनी, मैनी का मतलब मैनी हेल्थ इश्यूज, a number of, several, several, जी various, एक मिनट जेपी ने आना, various, ठीक है। फिर उस तो बाद ओके वेरियस आ गया, हेल्थ इश्यूज दा हेल्थ दा वेलबींग, well-being, health, वेलबींग हो गया, ठीक है। इश्यूज नु की कह सकते हैं, प्रॉब्लम्स, problems, हेल्थ डिफिकल्टीज, ठीक है। सो मतलब एज ए रिजल्ट, जी नहीं, एज ए रिजल्ट, ठीक है। अच्छा सारे इधर लिख लेने, सम दा मतलब मैनी, सम दा मतलब फ्यू, ठीक है। उस तो बाद पीपल तो लिख सकते हैं इंडिविजुअल्स, हाँ जी पर्सन्स, पर्सन्स, या फिर से स्पेसिफाई कर सकते हैं, यंग स्मोकर्स जो स्मोक करते हो, की हो गए स्मोकर्स, smoker, ठीक है। या फिर सिगरेट यूजर्स, हम्म, सिगरेट यूजर्स, या फिर यूजर्स ऑफ सिगरेट, यूजर्स ऑफ सिगरेट उल्टा कर दो, ठीक है। फिर और क्या आ सकता, बायर्स ऑफ सिगरेट जो बाय भी करते हैं, हाँ जी ठीक है। उस तो बाद ठीक है, ਹੁਣ ਪੀਪਲ ਦੇ ਵਿੱਚ ਅਸੀਂ ਕੀ ਕੀਤਾ, ਪੀਪਲ ਇੰਡੀਵਿਜੂਅਲੀ ਕਹਿ ਸਕਦੇ ਹਾਂ, ਪਰਸਨ ਵੀ ਕਹਿ ਸਕਦੇ ਹਾਂ, ਪਰ ਅਸੀਂ ਸਪੈਸੀਫਾਈ ਵੀ ਕਰ ਸਕਦੇ ਹਾਂ ਟੌਪਿਕ ਦੇ ਰਿਲੇਟਡ, ਠੀਕ ਹੈ। ਜੇ ਸਪੋਜ਼ ਟੌਪਿਕ ਕੋਈ ਸਕੂਲ ਵਾਲਾ ਹੁੰਦਾ ਤਾਂ ਪੀਪਲ ਕੋਲ ਕੌਣ ਆ ਜਾਣੇ ਸੀਗੇ, ਟੀਚਰਸ, ਚਿਲड्रन, ਪ੍ਰਿੰਸੀਪਲਸ, ਪੇਰੈਂਟਸ, ਠੀਕ ਹੈ। हाँ जी ਜੇ ਕੱਲਾ ਚਿਲड्रन ਵਾਲਾ ਟੌਪਿਕ ਹੁੰਦਾ ਤਾਂ ਫਿਰ ਸਿਨੋਨਿਮ ਕੀ ਆਣੇ ਸੀ, ਚਿਲड्रन ਨੂੰ ਹੋਰ ਕੀ ਕਹਿ ਸਕਦੇ, ਚਿਲड्रन, टीनेजर्स, teenagers, टीन्स लिखो, टीन्स, adolescents, school goers, young ones, ठीक है। डू यू थिंक दा की आ जाना सीगा, बिलीव, ठीक है। thought, पॉन्डर, थॉट पास्ट च आया ना, फिर तो थिंक दा थिंक ही रहना, जी हाँ जी बिलीव दैट, पॉन्डर दैट, चलो अगे, चलो जो भी याद आ, think का क्या हो जाना मैम, हाँ जी, think का काउंटर, पॉन्डर, पॉन्डर, पॉन्डर दैट मतलब बिलीव करना, शुड दा आया ना, आउट टू, आउट टू, बैन नु मतलब प्रोहिबिट कर दो, have, प्रोहिबिट कीता, ठीक है। फिर फॉरबिड, रिस्ट्रिक्ट, ठीक है, रिस्ट्रिक्ट आ गया। पब्लिक प्लेसेस, पब्लिक स्पेस आ सकता है, पब्लिक पार्क्स, स्पेसिफाई कर दो, हुन पब्लिक प्लेस दे सारे को स्पेसिफिक सिनोनिम नहीं है, स्पेसिफाई कर दो किथे कह रहे, पब्लिक पार्क्स, पब्लिक बस स्टॉप्स, पब्लिक रेलवे स्टेशंस, पब्लिक प्लेसेस, मार्केट जिथे पब्लिक जाती है, ठीक है, वो आ गया। ਅਸੀਂ ਕਨੈਕਟਰ ਵਾਲ ਅਸੀਂ ਸਾਰੇ ਇਦਾਂ, ਅਸੀਂ ਜਿਹੜੀ ਸਾਰੀ ਚੀਜ਼ ਨਾ ਅਸੀਂ 1 ਮਿੰਟ ਚ ਵੋਕੈਬਲਰੀ ਫਿਲ ਇਨ ਕਰ ਲੈਣੀ, ਇੱਕ ਜਾਂ ਅੱਧੇ ਮਿੰਟ ਚ, ਠੀਕ ਹੈ। ਪਹਿਲਾਂ ਪਹਿਲਾਂ ਤੁਹਾਨੂੰ ਟਾਈਮ ਲੱਗੇਗਾ ਕਿਉਂਕਿ ਪਹਿਲਾਂ ਪਹਿਲਾਂ ਤੁਹਾਡੇ ਕੋਲ ਸਿਨੋਨਿਮਸ ਨਹੀਂ ਹੋਣਗੇ। ਹੁਣ ਕੁਝ ਵਰਡ ਆ ਜਿਹੜੇ ਰਿਪੀਟ ਹੁੰਦੇ ਹੀ ਰਹਿਣੇ, ਜਿੱਦਾਂ ਲੀਡਸ ਵਰਡ ਆ, ਮੈਨੀ ਵਰਡ ਆ, ਹੈਲਥ ਵੀ ਰਿਪੀਟ ਹੋ ਸਕਦਾ, ਸੋ, ਸਮ, ਪੀਪਲ,
think, should, ban, ਇਹ ਕੁਝ ਵਰਡਸ ਆ ਜੋ ਬਾਕੀ ਐਸਐਸ ਚ ਵੀ ਰਿਪੀਟ ਹੁੰਦੇ ਜਾਓਗੇ ਤੇ ਇੱਕ ਵਾਰ ਯਾਦ ਹੋ ਗਏ ਤੇ ਵਾਰ-ਵਾਰ ਉਹੀ ਆਣੇ ਸਿਰਫ ਕੁਝ ਵਰਡਸ ਦੇ ਹੋਣੇ ਜਿਹੜੇ ਸਾਨੂੰ ਸਿਨੋਨਿਮ ਸੋਚਣ ਦੀ ਲੋੜ ਪੈਣੀ ਠੀਕ ਹੈ ਸੋ ਡੇਲੀ ਬੇਸਿਸ ਤੇ ਜੋ ਵੀ ਐਸੇ ਮਿਲੇਗਾ ਉਹਦਾ ਸਿਨੋਨਿਮ ਲੱਭ ਕੇ ਲਿਖਣੇ ਆ ਹੋਮਵਰਕ ਹੋਏਗਾ ਤੁਹਾਡਾ ਡੇਲੀ ਬੇਸਿਸ ਤੇ ਅਗਲੇ ਦਿਨ ਨਹੀਂ ਪਤਾ ਲੱਗੇਗਾ ਮੈਨੂੰ ਪੁੱਛੋ ਜਾਂ ਫਿਰ ਮੈਸੇਜ ਕਰਕੇ ਪੁੱਛੋ ਕਿ ਇਹਦਾ ਸਿਨੋਨਿਮ ਕੀ ਹੈ ਜਿਹੜਾ ਨਹੀਂ ਲੱਭ ਰਹੇ ਪਰ ਪਹਿਲਾਂ ਖੁਦ ਲੱਭਣੇ ਲੱਭੋਗੇ ਤਾਂ ਆਪਣੇ ਆਪ ਵੋਕੈਬਲਰੀ ਯਾਦ ਹੋਣੀ ਆ ਤੁਹਾਨੂੰ ਸਪੈਸ਼ਲੀ ਨੋਟਬੁੱਕ ਪੇजेस ਲੈ ਕੇ ਵਰਡਸ ਯਾਦ ਕਰਨ ਦੀ ਲੋੜ ਨਹੀਂ ਪੈਣੀ ਹਾਂਜੀ ਹਾਂਜੀ ਇਹ ਬਿਲਕੁਲ ਹਾਂਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਆਣਾ ਹਾਂਜੀ ਇਸ ਤਰ੍ਹਾਂ ਯਾਦ ਹੋ ਜਾਣਗੇ ਇਸ ਤਰ੍ਹਾਂ ਯਾਦ ਹੋ ਜੂਗੇ ਉਸ ਤੋਂ ਬਾਅਦ ਅਸੀਂ ਆਣਾ ਇੰਟਰੋਡਕਸ਼ਨ ਤੇ ਹਨਾ ਇੰਟਰੋਡਕਸ਼ਨ ਦੇ ਵਿੱਚ ਅਸੀਂ ਕੀ ਲਿਖਦੇ ਹੁੰਨੇ ਪਹਿਲਾਂ ਜਨਰਲ ਲਾਈਨ ਲਿਖਦੇ ਆ ਫਿਰ ਰੀਪਲੇਸਮੈਂਟ ਕਰਦੇ ਫਿਰ ਓਪੀਨੀਅਨ ਲਿਖਦੇ ਆ ਇੰਟਰੋਡਕਸ਼ਨ ਵਾਲਾ ਪਾਰਟ ਮੈਂ ਫੇਰ ਕਰਵਾਉਂਗੀ ਠੀਕ ਹੈ ਇੰਟਰੋਡਕਸ਼ਨ ਦਾ ਸੈਂਟੈਂਸ ਕਿੱਦਾਂ ਹੁੰਦਾ ਪਰ ਪਹਿਲਾਂ ਪਲੈਨਿੰਗ ਕਰਨੀ ਹੈ ਪਲੈਨਿੰਗ ਦੇ ਵਿੱਚ ਕੀ ਹੁੰਦਾ ਕਿ ਬੋਡੀ ਪੈਰਾਗ੍ਰਾਫ 1 ਆਇਆ ਹੁਣ ਸਾਡਾ ਕੁਐਸਚਨ ਆ some people leads to many health issues smoking leads to many health issues some people think it should be banned at public places do you agree or disagree got it meaning the question ਦਾ meaning ਦੱਸੋ ਮੈਨੂੰ ਜਲਦੀ ਕਿ ਹੈਲਥ ਇਸ਼ੂਜ਼ ਵੱਧ ਰਹੇ ਆ ਸਮੋਕਿੰਗ ਦੇ ਨਾਲ ਹਾਂ ਇਹ ਬੈਨ ਹੋਣੀ ਚਾਹੀਦੀ ਹੈ ਪਬਲਿਕ ਪਲੇਸਿਸ ਵਿੱਚ ਤੇ ਐਗਰੀ ਹੋ ਜਾਂ ਡਿਸਐਗਰੀ ਬੈਨ ਹੋਣੀ ਚਾਹੀਦੀ ਪਬਲਿਕ ਪਲੇਸਿਸ ਚ ਠੀਕ ਆ ਓਕੇ ਹੁਣ ਤੁਸੀਂ ਐਗਰੀ ਹੋ ਕਿ ਤੁਸੀਂ ਡਿਸਐਗਰੀ ਹੋ ਮੈਂ ਐਗਰੀ ਹਾਂ ਮੈਮ ਤੁਸੀਂ ਐਗਰੀ ਹੋ ਠੀਕ ਹੈ ਤੇ ਬੋਡੀ ਪੈਰਾਗ੍ਰਾਫ 1 ਹੋ ਗਿਆ ਐਗਰੀ ਦਾ ਠੀਕ ਹੈ ਇਹ ਐਗਰੀ ਦਾ ਪੈਰਾਗ੍ਰਾਫ ਹੋ ਗਿਆ ਬੋਡੀ ਪੈਰਾਗ੍ਰਾਫ 2 ਵੀ ਸਾਡਾ ਕਿਹਦਾ ਹੋ ਗਿਆ ਐਗਰੀ ਦਾ ਹੋ ਗਿਆ ਠੀਕ ਹੈ ਓਕੇ ਉਸ ਤੋਂ ਬਾਅਦ ਪਹਿਲਾ ਆਈਡੀਆ ਦੱਸੋ ਕਿਉਂ ਐਗਰੀ ਹੋ ਕਿਉਂ ਐਗਰੀ ਨਹੀਂ ਸੌਰੀ ਕਿਉਂ ਬੈਨ ਹੋਣਾ ਤੁਸੀਂ ਕਿਸ ਗੱਲ ਨੂੰ ਲੈ ਕੇ ਐਗਰੀ ਹੋ ਪਹਿਲਾਂ ਇਹ ਦੱਸੋ ਹੈਲਥ ਲਈ ਵਧੀਆ ਨਹੀਂ ਆ ਬੋਡੀ ਮਤਲਬ ਇਹ ਖੁਦ ਮਤਲਬ ਤੁਸੀਂ ਕਿਹਾ ਤੁਸੀਂ ਐਗਰੀ ਹੋ ਤੁਸੀਂ ਪਹਿਲਾਂ ਇਹ ਗੱਲ ਦੱਸੋ ਤੁਸੀਂ ਕਿਹੜੀ ਗੱਲ ਨੂੰ ਲੈ ਕੇ ਐਗਰੀ ਹੋ ਕਿ ਬੈਨ ਹੋਣਾ ਚਾਹੀਦਾ ਬੈਨ ਹੋਣਾ ਚਾਹੀਦਾ ਚਲੋ ਠੀਕ ਹੈ ਹੁਣ ਮੈਨੂੰ ਦੱਸੋ ਬੈਨ ਕਿਉਂ ਹੋਣਾ ਚਾਹੀਦਾ ਜਦੋਂ ਅਸੀਂ ਐਕਸਪਲੇਨੇਸ਼ਨ ਦੇਣੀ ਹੁੰਦੀ ਨਾ ਪੁਆਇੰਟ ਸੋਚਣੇ ਹੁੰਦੇ ਪੁਆਇੰਟ ਏਦਾਂ ਸੋਚੋ ਕਿ ਬੈਨ ਕਿਉਂ ਹੋਣਾ ਚਾਹੀਦਾ ਵਾਈ ਵਾਲਾ ਫੈਕਟਰ ਦੇਖੋ ਵਾਈ ਕਿਉਂ ਬੈਨ ਹੋਣਾ ਚਾਹੀਦਾ ਜਾਂ ਫਿਰ ਬੈਨ ਹੋਣ ਨਾਲ ਕੀ ਫਾਇਦੇ ਹੋਗੇ ਜਾਂ ਤਾਂ ਰੀਜ਼ਨ ਦੇ ਤੌਰ ਤੇ ਅਸੀਂ ਆਪਣੇ ਪੁਆਇੰਟ ਲਿਖਦੇ ਹਾਂ ਜਾਂ ਤਾਂ ਐਡਵਾਂਟੇजेस ਦੇ ਤੌਰ ਤੇ ਸੋਚ ਕੇ ਅਸੀਂ ਪੁਆਇੰਟ ਲਿਖਦੇ ਕਿ ਇਹ ਫਾਇਦਾ ਹੋਊਗਾ ਇਸ ਲਈ ਬੈਨ ਹੋਣੇ ਚਾਹੀਦੇ ਜਾਂ ਫਿਰ ਆਹ ਕਾਰਨ ਆ ਇਸ ਲਈ ਬੈਨ ਹੋਣੇ ਚਾਹੀਦੇ ਠੀਕ ਹੈ ਆ ਦੋ ਤਰੀਕੇ ਨਾਲ ਅਸੀਂ ਆਪਣੇ ਪੁਆਇੰਟ ਸੋਚਦੇ ਹਾਂ ਹੁਣ ਚਾਹੇ ਤੁਸੀਂ ਰੀਜ਼ਨ ਦੇ ਸਹੀ ਹਿਸਾਬ ਨਾਲ ਸੋਚ ਲਓ ਚਾਹੇ ਉਹਨੂੰ ਐਡਵਾਂਟੇजेस ਦੇ ਹਿਸਾਬ ਨਾਲ ਸੋਚ ਲਓ ਉਹ ਕੋਈ ਵੀ ਪੁਆਇੰਟ ਸੇਮ ਨਿਕਲ ਕੇ ਆਣੇ ਠੀਕ ਹੈ ਹੁਣ ਦੱਸੋ ਕਿਉਂ ਬੈਨ ਹੋਣੇ ਚਾਹੀਦੇ ਪਹਿਲਾ ਆਈਡੀਆ ਇੰਜੂਰੀਜ਼ ਟੂ ਹੈਲਥ ਵਾਸਤੇ ਵਧੀਆ ਨਹੀਂ ਆ ਇਫੈਕਟ ਕਰਦੀ ਹੈ ਇੱਕ ਮਿੰਟ ਇੰਜੂਰੀਅਸ ਟੂ ਉਹ ਤਾਂ ਕੁਐਸਚਨ ਵੀ ਕਹਿ ਰਿਹਾ ਸਮੋਕਿੰਗ ਲੀਡਸ ਟੂ ਮੈਨੀ ਹੈਲਥ ਇਸ਼ੂਜ਼ ਉਹ ਤਾਂ ਕੁਐਸਚਨ ਵੀ ਕਹਿ ਰਿਹਾ ਹਾਂਜੀ ਠੀਕ ਹੈ ਤੇ ਤੁਸੀਂ ਐਗਰੀ ਹੋ ਹਾਂਜੀ ਕਿ ਹੈਲਥ ਇਸ਼ੂਜ਼ ਇਹ ਹੈਲਥ ਇਸ਼ੂਜ਼ ਕਰਦਾ ਹੈ ਇਸ ਲਈ ਬੈਨ ਹੋਣੇ ਚਾਹੀਦੇ ਹਾਂਜੀ ਕਿਉਂ ਬੈਨ ਹੋਣੇ ਚਾਹੀਦੇ ਹੈਲਥ ਇਸ਼ੂਜ਼ ਦੇ ਨਾਲ ਕੀ ਹੋਏਗਾ ਇਹਦੇ ਨਾਲ ਚਲੋ ਇੰਜੂਰੀਅਸ ਟੂ ਹੈਲਥ ਮੈਂ ਲਿਖ ਨਹੀਂ ਚਲੋ ਠੀਕ ਹੈ ਤੁਹਾਡਾ ਪੁਆਇੰਟ ਇੰਜੂਰੀਅਸ ਟੂ ਹੈਲਥ ਠੀਕ ਹੈ ਇਹ ਤੁਹਾਡਾ ਪਹਿਲਾ ਪੁਆਇੰਟ ਹੈ ਐਕਸਪਲੇਨ ਕਰੋ ਕਿੱਦਾਂ ਇੰਜੂਰੀਅਸ ਟੂ ਹੈਲਥ ਹੁਣ ਐਕਸਪਲੇਨ ਦੇ ਵਿੱਚ ਅਸੀਂ ਕੀ ਸੋਚਦੇ ਹੁੰਨੇ ਵਾਈ ਤੇ ਹਾਊ ਜਾਂ ਤਾਂ ਲਿਖਾਂਗੇ ਕਿਉਂ ਜਾਂ ਤਾਂ ਲਿਖਾਂਗੇ ਹਾਊ ਹਾਂਜੀ ਕਿਉਂ ਇਹਨੂੰ ਲਿਖ ਲਓ ਐਕਸਪਲੇਨ ਕਿੱਦਾਂ ਕਰਨਾ ਜੇ ਤੁਸੀਂ ਕਹਿ ਰਹੇ ਹੋ ਨਾ ਤੁਹਾਡੇ ਕੋਲ ਐਸੇ ਨਹੀਂ ਲਿਖਿਆ ਗਿਆ ਪਤਾ ਨਹੀਂ ਚੱਲ ਰਿਹਾ ਪਹਿਲਾਂ ਕੀ ਲਿਖਣਾ ਦੂਜਾ ਕੀ ਲਿਖਣਾ ਇਦਾਂ ਹੀ ਲਿਖਣਾ ਠੀਕ ਹੈ ਆ ਸੈਂਟੈਂਸ 1 ਹੋਏਗਾ ਪਹਿਲਾ ਸੈਂਟੈਂਸ ਹੋਏਗਾ ਪਹਿਲਾ ਸੈਂਟੈਂਸ ਦੀ ਗੱਲ ਕਰ ਰਹੀ ਹੈ ਸੈਂਟੈਂਸ ਦਾ ਮਤਲਬ ਕੀ ਹੁੰਦਾ ਸ਼ੁਰੂ ਤੋਂ ਲੈ ਕੇ ਪਹਿਲੇ ਫੁੱਲ ਸਟਾਪ ਤੱਕ ਅਗਲਾ ਹੋਏਗਾ ਐਕਸਪਲੇਨੇਸ਼ਨ ਤੁਸੀਂ 2 ਤੋਂ 3 ਸੈਂਟੈਂਸਸ ਚ ਕਰਨਾ ਹੁੰਦਾ ਠੀਕ ਹੈ 2 ਤੋਂ 3 ਸੈਂਟੈਂਸਸ ਦਾ ਮਤਲਬ ਅਗੇਨ ਪਹਿਲੇ ਫੁੱਲ ਸਟਾਪ ਤੋਂ ਲੈ ਕੇ ਦੂਜੇ ਫੁੱਲ ਸਟਾਪ ਤੱਕ ਉਹ ਤੁਸੀਂ ਪਹਿਲਾ ਫੁੱਲ ਸਟਾਪ ਤੋਂ ਲੈ ਕੇ ਦੂਜੇ ਫੁੱਲ ਸਟਾਪ ਤੱਕ ਤੁਹਾਡੀ ਲਾਈਨ 2 ਲਾਈਨਾਂ 'ਚ ਆ ਰਹੀ ਹੈ ਤੁਹਾਡੀ ਗੱਲ 3 ਲਾਈਨਾਂ 'ਚ ਆ ਰਹੀ ਹੈ ਉਹ ਤੁਹਾਡੀ ਹੈਂਡਰਾਈਟਿੰਗ ਤੁਹਾਡੇ ਸੈਂਟੈਂਸਸ ਦੇ ਫਾਰਮੈਟ ਤੇ ਡਿਪੈਂਡ ਕਰਦਾ ਠੀਕ ਹੈ ਤੇ ਇੱਥੇ ਸੈਂਟੈਂਸਸ ਆ ਓਕੇ ਹੁਣ ਦੱਸੋ ਐਕਸਪਲੇਨ ਚ ਅਸੀਂ ਦੇਖਦੇ ਹਾਂ ਅਸੀਂ ਕਿੱਦਾਂ ਐਕਸਪਲੇਨ ਕਰਦੇ ਆਪਣੀ ਗੱਲ ਨੂੰ ਜਾਂ ਤਾਂ ਵਾਈ ਲੈ ਕੇ ਜਾਂ ਤਾਂ ਹਾਊ ਲੈ ਕੇ ਠੀਕ ਹੈ ਹੁਣ ਦੱਸੋ ਐਕਸਪਲੇਨ ਕਰੋ ਕਿੱਦਾਂ ਇੰਜੂਰੀਅਸ ਟੂ ਹੈਲਥ ਆ ਅਸੀਂ ਐਕਸਪਲੇਨੇਸ਼ਨ ਪਿਛਲੀ ਗੱਲ ਨੂੰ ਲੈ ਕੇ ਕਰਨੀ ਪਿਛਲੀ ਗੱਲ ਤੁਸੀਂ ਕੀ ਇੰਜੂਰੀਅਸ ਟੂ ਹੈਲਥ ਆ ਦੱਸੋ ਕਿੱਦਾਂ ਇੰਜੂਰੀਅਸ ਟੂ ਹੈਲਥ
ਹਾਊ ਨੂੰ ਲੈ ਕੇ ਜਿੱਦਾਂ ਹਾਂ ਹਾਓ ਕਰਕੇ ਕਰ ਦੋ, ਕਿ ਦੱਸ ਦੋ ਕਿੱਦਾਂ ਕਿੱਦਾਂ ਇੰਜੂਰੀਅਸ ਆ ਜਾਂ ਵਾਈ ਇੰਜੂਰੀਅਸ ਆ। ਸੋਚੋ, ਤੁਸੀਂ ਇਹ ਗੱਲ ਕਹੀ ਆ ਕਿ ਸਮੋਕਿੰਗ ਖਤਰਨਾਕ ਆ ਹੈਲਥ ਲਈ, ਠੀਕ ਆ, ਐਕਸਪਲੇਨ ਕਰੋ ਕਿੱਦਾਂ ਖਤਰਨਾਕ। ਐਕਸਪਲੇਨ ਕਿਹੜੇ ਤਰੀਕੇ ਨਾਲ? ਹਾਂ ਕਿਹੜੇ ਤਰੀਕੇ ਨਾਲ? ਹੁਣ ਜਿਹੜੇ ਲੋਕੀ ਸਮੋਕ ਕਰਦੇ ਆ, ਸੋਚੋ ਉਹਨਾਂ ਲਈ ਕਿੱਦਾਂ ਖਤਰਨਾਕ ਆ, ਉਹਨਾਂ ਦੀ ਹੈਲਥ ਕਿੱਦਾਂ ਖਤਰੇ 'ਚ ਹੁੰਦੀ ਹੈ। ਉਹਦੇ ਅੰਦਰ ਡਿਫਰੈਂਟ ਟਾਈਪ ਦੇ ਜਿੱਦਾਂ ਪੈਂਦੇ ਆ, ਕਿਸੇ ਦੇ ਤੰਬਾਕੂ ਵਗੈਰਾ ਯੂਜ਼ ਹੁੰਦਾ। ਮੈਂ ਸਮੋਕਿੰਗ ਦੀ ਗੱਲ ਕਰ ਰਹੀ ਹਾਂ, ਟੋਬੈਕੋ ਦੀ ਗੱਲ ਹੀ ਨਹੀਂ ਕਰ ਰਹੀ। ਹਾਂਜੀ ਜਦੋਂ ਲੋਕੀ ਸਮੋਕ ਕਰਦੇ ਆ ਤਾਂ ਅੰਦਰ ਕੀ ਜਾਂਦਾ? ਹਾਂਜੀ ਧੂੰਆਂ ਜਾਂਦਾ ਜਿੱਦਾਂ। ਸਮੋਕ ਪਫ ਜਾਂਦੀ ਹੈ, ਠੀਕ ਹੈ, ਅੰਦਰ ਧੂੰਆਂ ਜਾਂਦਾ ਤੇ ਅੰਦਰ ਲੰਗਸ 'ਚ ਕੀ ਹੁੰਦਾ? ਇਨਫੈਕਸ਼ਨ ਹੋ ਜਾਂਦਾ। ਆਕਸੀਜਨ ਘਟ ਜਾਂਦੀ, ਪਹਿਲੀ ਗੱਲ ਤਾਂ ਕਿ ਆਕਸੀਜਨ ਘਟ ਜਾਂਦੀ ਆ, ਤੇ ਜਿਹੜੀ ਦੂਸਰੀ ਅੰਦਰ ਸਮੋਕ ਜਾ ਰਹੀ ਉਹਦੀ ਕੁਆਂਟੀਟੀ ਕੀ ਹੋ ਜਾਂਦੀ? ਵੱਧ ਜਾਂਦੀ ਹੈ। ਇਹੀ ਹੋ ਰਿਹਾ, ਠੀਕ ਹੈ। ਤੇ ਸਮੋਕ ਜਾਂ ਫਿਰ ਅਦਰ ਗੈਸਿਸ ਜਿਹੜੀਆਂ ਵੀ ਹੁੰਦੀਆਂ ਇੰਜੂਰੀਅਸ ਗੈਸਿਸ, ਉਹਦੀ ਕੁਆਂਟੀਟੀ ਹਾਈ ਹੋ ਜਾਂਦੀ ਹੈ, ਠੀਕ ਹੈ। ਜਿਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਕੀ ਇਫੈਕਟ ਹੋ ਰਿਹਾ? ਲੰਗਸ ਇਫੈਕਟ ਹੋ ਰਹੇ, ਠੀਕ ਹੈ। ਜਾਂ ਫਿਰ ਉਹਨਾਂ ਨੂੰ ਡਿਜ਼ੀਜ਼ਸ ਲੰਗਸ ਦੀਆਂ ਜਾਂ ਫਿਰ ਬਰੀਥਿੰਗ ਪ੍ਰੋਬਲਮ ਆ ਜਾਂਦੀ ਹੈ। ਪ੍ਰੋਬਲਮ ਕੀ ਆਈ? ਬਰੀਥਿੰਗ ਪ੍ਰੋਬਲਮ। ਬਰੀਥਿੰਗ ਪ੍ਰੋਬਲਮ, ਹੁਣ ਆਪਾਂ ਐਗਜ਼ਾਮਪਲ ਲਿਖ ਸਕਦੇ ਹਾਂ, ਠੀਕ ਹੈ। ਐਗਜ਼ਾਮਪਲ ਆਪਾਂ ਕਰ ਸਕਦੇ ਹਾਂ ਕਿ ਜੋ ਜਿਹੜੇ ਵੀ ਸਮੋਕਰਸ ਆ, ਠੀਕ ਹੈ, ਉਹ ਕੀ ਫੇਸ ਕਰਦੇ ਆ, ਉਹ ਕਿਹੜੀ ਡਿਜ਼ੀਜ਼ਸ ਉਹਨਾਂ ਨੂੰ ਹੋ ਜਾਂਦੀਆਂ? ਕਿਹੜੀ ਡਿਜ਼ੀਜ਼ਸ ਹੋ ਜਾਂਦੀਆਂ? ਕੰਜੈਸ਼ਨ ਹੋਣ ਲੱਗ ਪੈਂਦੀ ਉਹਨਾਂ ਨੂੰ, ਹੋਰ ਲੰਗ ਕੈਂਸਰ ਵੀ ਹੋ ਸਕਦਾ, ਹੋਰ ਲੰਗਸ ਦੀ ਹੋਰ ਕਿਹੜੀ ਕੋਈ ਬਰੀਥਿੰਗ ਪ੍ਰੋਬਲਮ ਹੋ ਸਕਦੀ ਆ, ਕੰਜੈਸ਼ਨ ਹੋ ਗਈ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਹੋ ਗਈਆਂ। ਓਕੇ, ਉਹਦਾ ਹੋਰ ਅਸਰ ਕੀ ਨਿਕਲਦਾ? ਅਸੀਂ ਇਹਦੇ ਵਿੱਚ ਇਫੈਕਟ ਦੱਸਣਾ, ਠੀਕ ਹੈ। ਜੇ ਇਫ ਨਾਟ ਬੈਨ, ਇੱਥੇ ਸਾਡੀ ਗੱਲ ਆ ਇਫ ਨਾਟ ਬੈਨ, ਅਸੀਂ ਇਹਦਾ ਸੈਂਟੈਂਸ ਲਿਖਾਂਗੇ ਕਿ ਜੇ ਬੈਨ ਨਹੀਂ ਕਰੂਗੀ ਤਾਂ ਕੀ ਹੋਊਗਾ? ਜਿਹੜੇ ਪੈਸਿਵ ਸਮੋਕਰਸ ਆ, ਪੈਸਿਵ ਸਮੋਕਰਸ ਕੌਣ ਹੁੰਦੇ ਆ? ਉਹ ਵੀ ਇਫੈਕਟ ਹੋਗੀ, ਉਹਨਾਂ ਦੀ ਹੈਲਥ ਵੀ ਇਫੈਕਟ ਹੋਗੀ। ਜਿਹੜੇ ਨਹੀਂ ਕਰਦੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਪੈਸਿਵ ਸਮੋਕਰਸ ਕਹਿੰਦੇ। ਤੇ ਜਿਹੜੇ ਸੋ ਇਫ ਨਾਟ ਬੈਨਡ, ਸੋ ਵਾਟ? ਇਫ ਨਾਟ ਬੈਨਡ ਪੈਸਿਵ ਸਮੋਕਰਸ, ਉਹਨਾਂ ਦੀ ਇਫੈਕਟ ਹੋਗੀ ਹੈਲਥ, ਠੀਕ ਹੈ, ਉਹ ਨੈਗੇਟਿਵਲੀ, ਕਿਉਂਕਿ ਇਫੈਕਟ ਪੋਜ਼ਿਟਿਵ ਵੀ ਹੋ ਸਕਦਾ, ਇਫੈਕਟ ਨੈਗੇਟਿਵ ਵੀ ਹੋ ਸਕਦਾ, ਤੇ ਨੈਗੇਟਿਵਲੀ ਉਹਨਾਂ ਦੀ ਹੈਲਥ ਇਫੈਕਟ ਹੋਏਗੀ। ਸੋ ਕਲੋਜ਼ਿੰਗ ਕੀ ਕਰੋਗੇ? 10 ਕਲੋਜ਼ਿੰਗ ਕੀ ਹੋਏਗੀ? ਮੈਂ ਇੱਕ ਗੱਲ ਮੈਂ ਮਿਸ ਕਰ ਦਿੱਤੀ, ਦਾ ਪਹਿਲਾ ਆਈਡੀਆ ਹੋਇਆ ਇੱਥੇ ਤੁਸੀਂ ਕਨੈਕਟਰ ਲਿਖ ਦੇਣਾ, ਦੈਟ ਇਜ਼ ਫਰਸਟਲੀ ਜਾਂ ਫਿਰ ਫਰਸਟ ਪੁਆਇੰਟ ਜਾਂ ਜੋ ਵੀ ਹੈ, ਠੀਕ ਹੈ। ਇਹਦੇ ਵਿੱਚ ਨਹੀਂ ਆਏਗਾ ਫਰਸਟਲੀ, ਕਿਉਂਕਿ ਇਹਦੇ ਵਿੱਚ ਸਾਡਾ ਆਈਡੀਆ ਹੀ ਇੱਕ ਆ, ਠੀਕ ਹੈ। ਇਹਦੇ ਵਿੱਚ ਸਾਡਾ ਇੱਥੇ ਆ ਜਾਏਗਾ ਜਦੋਂ ਅਸੀਂ ਐਕਸਪਲੇਨ ਕਰਨਾ। ਸੋ ਐਜ਼ ਅ ਰਿਜ਼ਲਟ ਕੀ ਹੁੰਦਾ? ਉਹਨਾਂ ਨੂੰ ਹੈਲਥ ਇਸ਼ੂਜ਼ ਹੋ ਜਾਂਦੀਆਂ, ਠੀਕ ਹੈ। ਫੋਰ ਐਗਜ਼ਾਮਪਲ ਇੱਕ ਸਾਡਾ ਕਨੈਕਟਰ ਬਣ ਜਾਣਾ ਇਹਦੇ ਵਿੱਚ, ਠੀਕ ਹੈ। ਅੱਗੇ ਜਦੋਂ ਕਲੋਜ਼ਿੰਗ ਕਰਨੀ ਉਦੋਂ ਆਪਾਂ ਕਿਹੜਾ ਕਨੈਕਟਰ ਲਗਾ ਸਕਦੇ? 10 ਓਵਰਆਲ, ਹੈਂਸ, ਦੇਅਰਫੋਰ, ਇਹਨਾਂ ਚ ਕੋਈ ਵੀ ਅਸੀਂ ਕਲੋਜ਼ਿੰਗ ਲਈ ਕਨੈਕਟਰ ਲਗਾ ਸਕਦੇ ਹਾਂ, ਠੀਕ ਹੈ। ਸੋ ਕਲੋਜ਼ਿੰਗ ਦੇ ਵਿੱਚ ਅਸੀਂ ਕੀ ਲਿਖਿਆ? 10 ਅਸੀਂ ਇੱਥੇ ਲਿਖ ਲਿਆ, ਠੀਕ ਹੈ। ਸਮੋਕਿੰਗ ਸ਼ੁੱਡ ਬੀ ਬੈਨਡ, ਔਰ ਸਮੋਕਿੰਗ ਜਿਹੜਾ ਆ ਇਹ ਰਿਸਟ੍ਰਿਕਟ ਕਰਨਾ ਚਾਹੀਦਾ। ਗੱਲ ਖਤਮ। ਠੀਕ ਹੈ। ਹੁਣ ਦੇਖੋ ਸਾਡੇ ਕੋਲ ਸੈਂਟੈਂਸ ਟੂ ਸੈਂਟੈਂਸ ਸਾਡੇ ਕੋਲ ਐਗਜ਼ਾਮਪਲ ਆ ਗਈ। ਸਾਡਾ 4 ਤੇ 5ਵੇਂ ਸੈਂਟੈਂਸਿਸ ਚ ਆ ਜਾਣਾ, 6ਵੇਂ ਜਾਂ 7ਵੇਂ ਸੈਂਟੈਂਸ ਚ ਅਸੀਂ ਇਫੈਕਟ ਦੱਸ ਦੇਣਾ, ਠੀਕ ਹੈ। 8ਵਾਂ ਸੈਂਟੈਂਸ ਸਾਡਾ ਕਲੋਜ਼ਿੰਗ ਦਾ ਹੋ ਜਾਏਗਾ। ਤਾਂ 8 ਲਾਈਨ ਸੈਂਟੈਂਸ, 8 ਲਾਈਨਸ 8 ਸੈਂਟੈਂਸਿਸ ਬਣਾਣੇ ਆ, ਠੀਕ ਹੈ। ਤੇ ਉਹ ਤੁਹਾਡਾ 14 ਜਾਂ 10 ਲਾਈਨਾਂ ਦਾ ਪੈਰਾਗ੍ਰਾਫ ਤੁਹਾਡਾ ਆਰਾਮ ਨਾਲ ਬਣ ਜਾਣਾ। ਹਾਂਜੀ ਠੀਕ ਹੈ। ਹੁਣ ਸਾਡਾ ਹੁਣ ਸਿਰਫ ਇਹ ਗੱਲ ਹਮੇਸ਼ਾ ਤੁਸੀਂ ਨੋਟ ਡਾਊਨ ਕਰਨੀ, ਇਹੀ ਹਮੇਸ਼ਾ ਇੱਕ ਤੁਹਾਡਾ ਉਹ ਹੋਣਾ ਚਾਹੀਦਾ, ਇਹ ਮੈਥਡ ਇਹ ਮੈਥਡ ਹੋਣਾ ਚਾਹੀਦਾ ਐਸੇ ਨੂੰ, ਪੈਰਾਗ੍ਰਾਫ ਨੂੰ ਲਿਖਣ ਦਾ।
ਬੋਡੀ ਪੈਰਾਗ੍ਰਾਫ ਦੀ ਗੱਲ ਕਰ ਰਹੀ, ਇੰਟਰੋਡਕਸ਼ਨ ਕਨਕਲੂਜਨ ਦੀ ਗੱਲ ਨਹੀਂ ਕਰ ਰਹੀ। ਇੰਟਰੋਡਕਸ਼ਨ ਕਨਕਲੂਜਨ ਲਿਖਣ ਦਾ ਤਰੀਕਾ ਹੋਗਾ, ਉਹ ਚ 3 ਸੈਂਟੈਂਸਿਸ ਹੁੰਦੇ ਤੇ 3 ਗੱਲਾਂ ਹੀ ਲਿਖਣੀਆਂ ਹੁੰਦੀਆਂ। ਠੀਕ ਹੈ, ਇਹਦੇ ਵਿੱਚ ਆਈਡੀਆ ਦੋ, ਐਕਸਪਲੇਨ ਕਰੋ, ਐਗਜ਼ਾਮਪਲ ਦੋ, ਇਫੈਕਟ ਦੋ। ਇਹ ਤਾਂ ਬੋਡੀ ਪੈਰਾਗ੍ਰਾਫ ਬਣ ਹੀ ਗਿਆ। ਹਾਂਜੀ, ਜਿੱਦਾਂ ਬੋਡੀ ਪੈਰਾਗ੍ਰਾਫ 1 ਇਹਦੀ ਬੋਡੀ ਪੈਰਾਗ੍ਰਾਫ 2। ਠੀਕ ਹੈ, ਦੂਸਰੀ ਗੱਲ ਅਸੀਂ ਕਹਿੰਦੇ ਸਮੋਕਿੰਗ ਬੈਨ ਹੋਣੀ ਚਾਹੀਦੀ ਆ, ਤੁਸੀਂ ਕਹਿੰਦੇ ਹਾਂਜੀ ਜੀ ਹੋਣੀ ਚਾਹੀਦੀ। ਇੱਕ ਪੁਆਇੰਟ ਦੇ ਦਿੱਤਾ ਹੈਲਥ ਇਸ਼ੂਜ਼ ਆ, ਦੂਜਾ ਪੁਆਇੰਟ ਦੱਸੋ। ਵੇਸਟ ਆਫ ਮਨੀ ਹੈ ਜਿੱਦਾਂ, ਪਰ ਹੈਲਥ ਇਸ਼ੂਜ਼ ਉਹ ਕਹਿ ਰਹੇ ਆ, ਵੇਸਟ ਆਫ ਮਨੀ ਕਿੱਦਾਂ ਹੋਇਆ। ਹੁਣ ਦੂਸਰੀ ਗੱਲ ਤੁਸੀਂ ਇਹ ਵੀ ਗੱਲ ਦੇਖੋ ਨਾ, ਉਹਨੇ ਪਬਲਿਕ ਪਲੇਸਿਸ ਦੀ ਗੱਲ ਵੀ ਕੀਤੀ ਹੈ। ਤੇ ਪਬਲਿਕ ਪਲੇਸਿਸ ਨਾਲ ਅਸੀਂ ਕਿੱਦਾਂ ਲਿੰਕ ਕੀਤਾ ਕਿ ਜਿਹੜੇ ਬਾਕੀ ਪੈਸਿਵ ਸਮੋਕਰਸ ਹੁੰਦੇ ਆ ਉਹ ਵੀ ਇਫੈਕਟ ਹੁੰਦੇ ਆ ਜਦੋਂ ਉਹ ਪਬਲਿਕ ਚ ਕਰਦੇ ਆ। ਅਸੀਂ ਪਬਲਿਕ ਵਾਲੀ ਗੱਲ ਇਹ ਚ ਮੈਂਸ਼ਨ ਕਰਨੀ ਆ ਕਿ ਜਦੋਂ ਉਹ ਸਮੋਕ ਕਰਦੇ ਆ ਪਬਲਿਕ ਪਲੇਸਿਸ ਚ, ਇੱਕ ਤਾਂ ਉਹਨਾਂ ਦੀ ਖੁਦ ਦੀ ਹੈਲਥ ਖਰਾਬ ਹੋ ਰਹੀ ਹੈ ਤੇ ਦੂਸਰਾ ਕਿ ਪੈਸਿਵ ਸਮੋਕਰਸ, ਸੋ ਇੰਜੂਰੀਅਸ ਟੂ ਹੈਲਥ ਫॉर ਪੈਸਿਵ ਸਮੋਕਰਸ ਆਲਸੋ। ਇੱਥੇ ਲਿਖ ਦੋ ਫॉर ਪੈਸਿਵ ਸਮੋਕਰਸ, ਕਿਉਂਕਿ ਅਸੀਂ ਪਬਲਿਕ ਹੈਲਥ ਨੂੰ ਨਾਲ ਲਿਖਣਾ ਸੀਗਾ, ਅਸੀਂ ਕੱਲਾ ਸਮੋਕਿੰਗ ਨੂੰ ਨਹੀਂ ਲਿਖਣਾ। ਅਸੀਂ ਸਾਡਾ ਦਿਮਾਗ, ਅਸੀਂ ਹੁਣ ਜਦੋਂ ਪਲਾਨ ਕਰ ਰਹੇ ਸਾਡਾ ਆਈਡੀਆ ਕਿੱਥੇ ਗਿਆ ਕਿ ਸਮੋਕਿੰਗ ਨਾਲ ਹੈਲਥ ਇਸ਼ੂਜ਼ ਹੋ ਰਹੇ, ਇਸ ਲਈ ਬੈਨ ਹੋਣੇ ਚਾਹੀਦੇ। ਅਸੀਂ ਆਹ ਗੱਲ ਭੁੱਲ ਗਏ ਪਬਲਿਕ ਪਲੇਸਿਸ, ਪਰ ਪਬਲਿਕ ਪਲੇਸਿਸ ਨੂੰ ਮੈਂਸ਼ਨ ਕਰਨਾ, ਇਸ ਲਈ ਅਸੀਂ ਤੇ ਪੈਸਿਵ ਸਮੋਕਰ ਕਰ ਦਿੱਤਾ ਕਿ ਪਬਲਿਕ ਪਲੇਸਿਸ ਤੇ ਕਿਉਂ ਬੈਨ ਹੋਣੀ ਚਾਹੀਦੀ ਹੈ। ਪਬਲਿਕ ਪਲੇਸ ਤੇ ਕਿਉਂ ਬੈਨ, ਇਹ ਗੱਲ ਆ ਕਿ ਪਬਲਿਕ ਪਲੇਸ ਤੇ ਕਿਉਂ ਬੈਨ ਹੋਣੀ ਚਾਹੀਦੀ ਹੈ, ਕਿਉਂਕਿ ਖਤਰਨਾਕ ਆ ਬਾਕੀਆਂ ਨੂੰ ਵੀ। ਕਿੱਦਾਂ ਖਤਰਨਾਕ ਆ, ਉਹ ਇੰਜੈਕਸ਼ਨ ਕਰਦੇ ਆ ਜਾਂ ਫਿਰ ਜਿਹੜਾ ਵੀ ਪੈਸਿਵ ਸਮੋਕਰ ਹੋਏਗਾ ਉਹ ਸਮੋਕ ਉਹਨਾਂ ਦੇ ਅੰਦਰ ਜਾਊਗੀ, ਸਮੋਕ ਹੋਗੀ, ਫਲਾਨਾ ਹੋਗਾ, ਇਹ ਹੋਗਾ, ਉਹ ਹੋਗਾ। ਦੂਸਰਾ ਕੀ ਹੋ ਸਕਦਾ, ਇਨਵਾਇਰਨਮੈਂਟ ਜ਼ਿਆਦਾ ਸਾਰੇ ਜੇ ਕਾਫੀ ਲੋਕ ਸਮੋਕ ਕਰੂਗੇ ਇੱਕੋ ਹੀ ਏਰੀਆ ਦੇ ਵਿੱਚ ਤੇ ਇੱਕ ਪੋਲਿਊਸ਼ਨ ਵੀ ਹੋਏਗਾ। ਹਾਂਜੀ ਠੀਕ ਹੈ, ਐਕਸਪਲੇਨ ਕਰ ਦੋ ਵਾਈ ਕਿੱਦਾਂ ਹੋਏਗਾ ਜਾਂ ਫਿਰ ਹਾਊ, ਐਕਸਪਲੇਨ ਕਰ ਦੋ। ਠੀਕ ਹੈ, more smokers, more toxic gases in the environment। ठीक है, ज्यादा स्मोकर हो गए ज्यादा गैसेस हो गई, which leads to एयर फ्रेलिंग। एयर फ्रेलिंग मतलब एयर की क्वालिटी घट जाती है, ऑक्सीजन फ्रेलिंग जिन्होंने कह देंगे, ऑक्सीजन ऑक्सीजन फ्रेलिंग। ठीक है, फ्रेलिंग मतलब क्वालिटी घटना ऑक्सीजन की, ऑक्सीजन की क्वालिटी घट जाती है। ऑक्सीजन की क्वालिटी घटेगी तो ऑब्वियसली की होएगा, कंटैमिनेशन होगी ऑक्सीजन की। जो कंटैमिनेशन हो रही है तेरा मतलब पोल्यूशन बढ़ गया। ठीक है, एग्जांपल दे दो तुसी, इंडिया की एग्जांपल दे दो, दिल्ली की एग्जांपल दे दो। ठीक है, वैसे हुण तो चलो इत्थे तो अपने बैन की हुई है, या फिर तुसी इंडिया की दे दो, किसी भी कंट्री की दे दो, कोई भी नाम लिख के दे दो। ठीक है, या कोई रिसर्च लिख के दे दो कि फलाने फलाने जी रिसर्च हुई सी कि फलाने ईयर च रिसर्च हुई सी, या चाइना च जो ओपन स्मोकिंग हो रही सी तो उत्थे दा पोल्यूशन बढ़ गया, या इंडिया ते जब तक बैन नहीं सी तब तक इंडिया दा पोल्यूशन बहुत सीगा। पब्लिक प्लेसिस, अगेन पब्लिक प्लेसिस ਨੂੰ ਮੈਂਸ਼ਨ ਕਰਨਾ, ਪਬਲਿਕ ਪਲੇਸਿਸ ਜਿਹੜੀਆਂ ਸੀ ਉਹ ਕੰਟੈਮਿਨੇਟਡ ਸੀਗੇ। ਠੀਕ ਹੈ, ਤੇ ਜੇ ਨਹੀਂ ਹੋਏਗਾ ਤਾਂ ਪੋਲੂਸ਼ਨ ਦਾ ਲੈਵਲ ਕੀ ਹੋਗਾ, ਆਊਟ ਆਫ ਕੰਟਰੋਲ। ਇਫੈਕਟ ਚ ਲਿਖ ਦੇਣਾ ਨਾ, ਇਫੈਕਟ ਚ ਲਿਖਣਾ ਹੈ ਆਊਟ ਆਫ ਕੰਟਰੋਲ, ਤੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਇਫੈਕਟ ਹੋਗੇ ਇਸ ਦੇ ਨਾਲ। ਇਹ ਤੋਂ ਬਾਅਦ ਕਲੋਜ਼ਿੰਗ ਕਰ ਦਾਂ। ਠੀਕ ਹੈ, ਗॉट इट। ਕਲੋਜ਼ਿੰਗ ਚ ਮੈਮ, ਹਾਂਜੀ ਹਾਂਜੀ ਕਲੋਜ਼ਿੰਗ ਚ ਕੀ ਕੁਝ ਲਿਖਣਾ ਹੋਵੇ, ਕਲੋਜ਼ਿੰਗ ਜਦੋਂ ਹੁਣ ਅਸੀਂ ਇਹਦੇ ਵਿੱਚ ਦਿੱਤਾ, ਸੋ ਕਲੋਜ਼ਿੰਗ, ਸੋ banning at public places, so banning at public places would be a, ਆਪਾਂ ਚਲੋ ਮੈਂ ਤਾਂ ਹੁਣ ਪੂਰਾ ਲਿਖ ਰਹੀ ਹਾਂ, ਪੂਰਾ ਨਹੀਂ ਲਿਖਣਾ, banning ਕੋਈ ਕੀ ਹੋਗਾ, ਇੱਕ would be a productive, banning would be a productive idea, एक productive या fruitful prove होगा, it would prove productive, banning की होगी will prove productive। ठीक है, पॉजिटिव, प्रोडक्टिव, फ्रूटफुल, जो मर्जी कर लो। would prove advantageous, GEOUS, will prove advantageous। ठीक है, मतलब ਜਿਹੜੀ ਹੁੰਦੀ ਆ ਕਲੋਜ਼ਿੰਗ ਹੁੰਦੀ ਹੈ ਨਾ, ਉਹ ਪਹਿਲੀ ਲਾਈਨ ਨੂੰ ਲਿੰਕ ਕਰ ਦੇਣੀ ਹੈ। ਸੋ banning would prove advantageous as far as pollution is concerned।
ठीक है, या फिर स्मोकिंग शुड बी रिस्ट्रिक्ट एज इट कॉज इन हेल्थ टू पैसिव स्मोकर्स, या फिर स्मोकिंग वुड कॉज प्रॉब्लम टू पैसिव स्मोकर। जो पहली लाइन च गल कीती उन्हें पैसिव स्मोकर दी च गल कीती ओही लिंक इत्थे कर देना, इत्थे पोल्यूशन दी गल कीती ओही इत्थे कर देना, बस पॉइंट दी क्लोजिंग कर। ठीक है, ये साडी प्लानिंग होनी चाहिए, इदा प्लानिंग करनी है। ठीक है, ये कदों करनी, किन्ने मिनट च करनी, 5 मिनट च करनी, तो 1 मिनट च इनू हो जाना। ठीक है, बाकी 2-2 मिनट इनू लगाओ, 1-1 मिनट इनू लगाओ, बाकी साडा अद्धे मिनट च हो जाना, अद्धे मिनट च हो जाना। ਇਹਦੇ ਵਿੱਚ ਕੀ ਲਿਖਣਾ, ਜਨਰਲ ਲਾਈਨ ਕਿੱਚ ਹੋਣੀ ਚਾਹੀਦੀ, ਸਮੋਕਿੰਗ ਦੀ ਹੋਣੀ ਚਾਹੀਦੀ, ਉਹਦੀ ਰਿਪਲੇਸਮੈਂਟ ਕਰਨੀ, ਉਹਦਾ opinion ਦੱਸਣਾ, ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ। ਇੱਥੇ ਤੁਹਾਡਾ ਕੀ ਆਣਾ, ਕੱਲਾ ਐਗਰੀ ਇੰਟਰੋਡਕਸ਼ਨ ਚ ਦੱਸਣਾ ਨਾ। ਇਹ ਡਿਸਐਗਰੀ। ਹਾਂਜੀ, ਰੀਫਰੇਜ਼ਮੈਂਟ ਚ ਕੀ ਹੁੰਦਾ, ਅਸੀਂ ਸਿਨੋਨੀਅਮ, ਹੁਣ ਦੇਖੋ ਇਹਦੇ ਵਿੱਚ ਕੀ ਆਪਾਂ ਰੀਫਰੇਜ਼ਮੈਂਟ ਕਿੱਦਾਂ ਕਰਦੇ, ਸਿਨੋਨੀਅਮ ਲਿਖ ਕੇ ਤੇ ਸੈਂਟੈਂਸ ਸਟਰਕਚਰ ਚੇਂਜ ਕਰਦੇ ਆ। ਹੁਣ ਦੇਖੋ ਜਦੋਂ ਅਸੀਂ ਪਹਿਲੀ ਗੱਲ ਕੀ ਕੀਤੀ, ਪਹਿਲਾਂ ਸਿਨੋਨੀਅਮ ਹੀ ਲਿਖੇ, ਠੀਕ ਹੈ, ਆਪ ਇੱਥੇ ਸਿਨੋਨੀਅਮ ਲਿਖ ਲਿਆ। ठीक है, ਤੁਹਾਨੂੰ ਇੰਟਰੋਡਕਸ਼ਨ ਚ ਸਾਰੀ ਚੀਜ਼ਾਂ ਲਿਖਣ ਦੀ ਲੋੜ ਨਹੀਂ, ਬਸ ਤੁਸੀਂ ਇੰਨੀ ਗੱਲ ਲਿਖਣੀ ਕਿ ਤੇ ਮੈਂ ਤੇ ਸਿਨੋਨੀਅਮ ਤੇ ਸੈਂਟੈਂਸ ਸਟਰਕਚਰ ਚੇਂਜ ਕਰਨਾ। ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਸਿਨੋਨੀਅਮ ਨਾਲ ਆਪਣੀ ਇੰਟਰੋਡਕਸ਼ਨ ਲਿਖ ਲਓ, ਪਰ ਉਹ ਟਾਈਮ ਕੰਜ਼ਿਊਮਿੰਗ ਹੋ ਜਾਂਦਾ। ਠੀਕ ਹੈ, ਤੇ ਇੰਟਰੋਡਕਸ਼ਨ ਦੀ ਤੇ ਪਹਿਲੀ ਲਾਈਨ ਕੀ ਹੋਏਗੀ, ਸਾਡਾ ਟੌਪਿਕ ਜਨਰਲ ਲਾਈਨ ਹੋਏਗੀ, ਜਾਂ ਫਿਰ ਜਿਹਨੂੰ ਕਹਿ ਦਿੰਦੇ ਆ ਬ੍ਰੌਡ ਸਟੇਟਮੈਂਟ ਕਹਿ ਦਿੰਦੇ ਆ। ਠੀਕ ਹੈ, ਸਟੇਟਮੈਂਟ ਕਹਿ ਦਿੰਦੇ, ਟੌਪਿਕ ਸੈਂਟੈਂਸ ਕਹਿ ਦੋ, ਇਹ ਜ਼ਿਆਦਾ ਪਤਾ ਲੱਗੇਗਾ। ਟੌਪਿਕ ਸੈਂਟੈਂਸ ਕਿੱਦਾਂ, ਟੌਪਿਕ ਕਿਹੜਾ ਸਾਡਾ, ਸਮੋਕਿੰਗ ਤੇ ਪਬਲਿਕ ਪਲੇਸ, ਸਮੋਕਿੰਗ ਬੈਨ ਦੀ ਪਬਲਿਕ ਪਲੇਸ ਤੇ, ਇਹ ਸਾਡਾ ਟੌਪਿਕ ਆ। ਠੀਕ ਹੈ, ਹੁਣ ਵੱਡੀ ਗੱਲ ਕੀ ਆ ਕਿ ਸਮੋਕਿੰਗ ਹੋਣੀ, ਸਮੋਕਿੰਗ ਇੱਕ ਪ੍ਰੋਬਲਮ ਬਣ ਚੁੱਕੀ ਆ, ਉਹ ਤੇ ਛੋਟੀ ਆ ਜਾਓ, ਉਸ ਤੋਂ ਨੈਰੋ ਡਾਊਨ ਆ ਜਾਓ, ਤੁਹਾਡਾ ਰੀਪਲੇਸਮੈਂਟ ਹੋ ਜਾਏਗਾ ਕਿ ਉਹ ਬੈਨ ਹੋਣੀ ਚਾਹੀਦੀ ਹੈ। ਇੱਥੇ ਮਤਲਬ ਸਮੋਕਿੰਗ ਕੀ ਇੱਕ ਤਰ੍ਹਾਂ ਕੀ ਆ, ਮੇਜਰ ਪ੍ਰੋਬਲਮ ਬਣ ਗਈ। ਠੀਕ ਹੈ, ਮੇਜਰ ਪ੍ਰੋਬਲਮ ਆ ਵਰਲਡ ਵਾਈਡ। ਆਪਾਂ ਵੱਡੇ ਤੌਰ ਤੇ ਬ੍ਰੌਡਰ ਸੈਂਸ ਤੇ ਇੱਕ ਗੱਲ ਸੋਚਣੀ ਹੈ ਕਿ ਸਮੋਕਿੰਗ ਵਰਲਡ ਵਾਈਡ ਇੱਕ ਵੱਡੀ ਪ੍ਰੋਬਲਮ ਆ। ਅਗਲਾ ਕੀ ਸਾਡੇ ਪੁਆਇੰਟ ਆ ਜਾਏਗਾ, ਸੈਕੰਡ ਸੈਂਟੈਂਸ ਰੀਫਰੇਜ਼ਮੈਂਟ। ਰੀਫਰੇਜ਼ਮੈਂਟ ਵਿੱਚੋਂ ਕੀ ਕਹਿੰਦੇ ਆ ਕਿ ਉਹ ਬੈਨ ਹੋਣੀ ਚਾਹੀਦੀ ਹੈ। ਉਹ ਤੋਂ ਨੀਚੇ ਆ ਜਾਣਾ ਤੁਹਾਡਾ ਵਿਊ ਪੁਆਇੰਟ। ਬੈਨ ਨੂੰ ਆਪਾਂ ਕਹਿੰਦੇ ਪ੍ਰੋਹਿਬਿਟਡ ਕਰਕੇ ਜਿੱਦਾਂ ਸੈਂਟੈਂਸ ਹੁਣ ਅਸੀਂ ਇੱਥੇ ਲਿਖਿਓ, ਪਹਿਲਾਂ ਲਿਖਿਓ, ਇੱਥੇ ਦੇਖ ਕੇ ਅਸੀਂ ਇਹਦੇ ਵਿੱਚ ਲਿਖ ਲੈਣਾ, ਇਹ ਤੋਂ ਦੇਖ ਅਸੀਂ ਆਪਣੇ ਐਸੇ ਚ ਉਹ ਕਰੀ ਜਾਣੇ ਆ, ਰਿਪਲੇਸ ਕਰੀ ਜਾਣੇ ਆ। ਹਾਂਜੀ, ਠੀਕ ਹੈ, ਪਰ ਇਹ ਤਦ ਹੀ ਹੋਏਗਾ ਜੇ ਅਸੀਂ ਇਹਦੀ ਪ੍ਰੈਕਟਿਸ ਕਰਾਂਗੇ ਡੇਲੀ। ਜੋ ਵੀ ਐਸੇ ਮਿਲੇਗਾ ਉਹਦੇ ਸਿਨੋਨਿਮ 5-10 ਮਿੰਟ ਤੁਹਾਨੂੰ ਲੱਗਣਗੇ ਇਸ ਚੀਜ਼ ਨੂੰ ਐਸੇ ਲਿਖਣ ਤੋਂ ਪਹਿਲਾਂ। ਠੀਕ ਹੈ, ਜਿਹੜੇ ਤਾਂ ਆਂਦੇ ਆ ਯਾਦ ਆਂਦੇ ਲਿਖ ਲਓ, ਜਿਹੜੇ ਨਹੀਂ ਆ ਐਟਲੀਸਟ 3-3 4-4 ਤਾਂ ਸਿਨੋਨਿਮ ਪਤਾ ਹੋਣੇ ਚਾਹੀਦੇ। ਠੀਕ ਹੈ, ਲੱਭੋਗੇ, ਲੱਭ ਕੇ ਮੈਨੂੰ ਸੈਂਡ ਕਰੋ, ਜਾਂ ਫਿਰ ਜਿੱਦਾਂ ਵੀ ਆ, ਜਾਂ ਫਿਰ ਅਗਲੇ ਦਿਨ ਡਿਸਕਸ ਕਰੋਗੇ, ਫਿਰ ਮੈਂ ਤੁਹਾਨੂੰ ਆਪਣੇ ਦਵਾਂਗੀ ਕਿ ਮੈਂ ਕੀ ਲੱਭੇ। ਹੋ ਸਕਦਾ ਸਾਡੇ ਮੈਚ ਕਰਦੇ ਹੋਣ, ਕੋਈ ਤੁਹਾਨੂੰ ਐਕਸਟਰਾ ਜ਼ਰੂਰਤ ਨਾ ਪਵੇ, ਪਰ ਪਹਿਲਾਂ ਤੁਸੀਂ ਖੁਦ ਲੱਭਣੇ, ਫਿਰ ਮੈਂ ਦਊਂਗੀ। ਗॉट इट? ਹਾਂਜੀ, ਇਹਦੀ ਕਨਕਲੂਜਨ ਚ ਆਣਾ, ਕਨਕਲੂਜਨ ਦਾ ਟੌਪਿਕ ਸੈਂਟੈਂਸ, ਬ੍ਰੌਡ ਸੈਂਟੈਂਸ ਸੇਮ ਆ। ਜਿਹਦਾ ਸਮੋਕਿੰਗ ਇਜ਼ ਅ ਮੇਜਰ ਪ੍ਰੋਬਲਮ, ਇੱਥੇ ਲਿਖ ਦੇਣਾ ਕਿ ਸਮੋਕਿੰਗ ਕੀ ਇੱਕ ਤਰ੍ਹਾਂ ਦਾ, ਇਹ ਵੀ ਟੌਪਿਕ ਸੈਂਟੈਂਸ ਸੇਮ ਹੀ ਹੁੰਦਾ ਹੈ, ਪਰ ਵਰਡਿੰਗ ਚੇਂਜ ਕਰ ਦੇਣੀ ਹੁੰਦੀ ਹੈ ਅਸੀਂ ਇੰਟਰੋਡਕਸ਼ਨ ਦੇ ਵਿੱਚ। ਟੌਪਿਕ ਸੈਂਟੈਂਸ ਕੀ ਹੋ ਜਾਏਗਾ ਕਿ ਸਮੋਕਿੰਗ ਐਟ ਪਬਲਿਕ places is a matter of concern। मैटर ऑफ कंसर्न ਆ, ਇਹਦੇ ਵਿੱਚ ਕੀ ਆਏਗਾ, ਜੋ ਤੁਹਾਡਾ ਓਪੀਨੀਅਨ ਹੋਏਗਾ ਤੇ ਜੋ ਤੁਸੀਂ ਲਿਖਿਆ ਹੋਏਗਾ। ਇੱਕ ਤੁਹਾਨੂੰ ਮੈਂ ਸੌਰੀ ਗੱਲ ਇੱਥੇ ਮੈਂਸ਼ਨ ਕਰਨੀ ਸੀ, ਜੇ ਤੁਸੀਂ ਸਪੋਜ਼ ਐਗਰੀ ਹੋ, ਤੁਸੀਂ ਮੈਂ ਐਗਰੀ ਆ ਜਾਂ ਮੈਂ ਡਿਸਐਗਰੀ ਆ, ਤੇ ਮੇਰੇ ਕਿਹੜੇ ਪੁਆਇੰਟ ਆ। ਪਹਿਲਾ ਪੁਆਇੰਟ ਆ ਕਿ ਪੈਸਿਵ ਸਮੋਕਰ, ਦੂਸਰਾ ਪੁਆਇੰਟ ਕੀ ਆ ਪੋਲਿਊਸ਼ਨ। ਤੁਸੀਂ ਇੰਟਰੋਡਕਸ਼ਨ ਚ ਲਿਖਣੇ ਆ ਇਹ ਗੱਲਾਂ ਕਿ ਦਿਸ ਐਸੇ ਵਿਲ ਡਿਸਕਸ why I agree, या फिर this essay will discuss या फिर in my opinion I agree to the above statement as it causes health issues to passive smokers as well as pollution। ਜੋ ਤੁਸੀਂ ਬੋਡੀ ਪੈਰਾਗ੍ਰਾਫ ਚ ਪੁਆਇੰਟ ਲਿਖਣੇ ਹੋਣੇ ਆ, ਉਹ ਤੁਸੀਂ ਇੰਟਰੋਡਕਸ਼ਨ ਦੀ ਲਾਸਟ ਲਾਈਨ ਚ ਮੈਂਸ਼ਨ ਕਲੀਅਰਲੀ। ਹਾਂਜੀ ਹਾਂਜੀ, ਓਕੇ। ਇੰਨੀ ਵੀ ਗੱਲ ਲਿਖੋਗੇ ਆਈ ਐਗਰੀ, ਉਹਦੇ ਨਾਲ ਜ਼ਿਆਦਾ ਬੈਟਰ, ਜ਼ਿਆਦਾ ਸਕੋਰਿੰਗ ਪੁਆਇੰਟ ਹੈਗਾ ਐਗਰੀ ਦੇ ਨਾਲ ਲਿਖ ਦੋ ਕਿ ਕਿਹੜੇ ਕਿਹੜੇ ਪੁਆਇੰਟ ਆਉਣ ਵਾਲੇ। ਇਹਨਾਂ ਫਿਰ ਇਹ ਵੀ ਹੋ ਜਾਊਗਾ ਕਿ ਮਤਲਬ ਆਪਾਂ ਪਲਾਨ ਕੀਤਾ ਤਾਂ ਹੀ ਉਹ ਲਿਖ ਪਾਵਾਂਗੇ ਇਦਾਂ, ਹਨਾ। ਪਲਾਨ ਤਾਂ ਹੀ ਤਾਂ ਮੈਂ ਕਹਿ ਰਹੀ ਪਲਾਨਿੰਗ ਇੰਪੋਰਟੈਂਟ ਆ।
ਪਲਾਨ ਪਹਿਲਾਂ ਚੰਗੀ ਤਰ੍ਹਾਂ 5 ਮਿੰਟ ਚ ਪਲੈਨਿੰਗ ਕਰ ਲਓ, ਉਸ ਤੋਂ ਬਾਅਦ 25 ਮਿੰਟ ਚ ਦੇਖੋ ਤੇ ਲਿਖੋ, ਦੇਖੋ ਤੇ ਲਿਖੋ। ਤੇ ਸਾਡੀ ਪਲੈਨਿੰਗ ਹੀ ਸੈਂਟੈਂਸ ਵਾਈਜ਼ ਹੈ, ਪਹਿਲਾ ਸੈਂਟੈਂਸ ਆ, ਦੂਜਾ, ਤੀਜਾ। ਸਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿ ਮੈਂ ਹੁਣ ਅੱਗੇ ਸ਼ੁਰੂ ਕੀ ਕਰਾਂ, ਕੀ ਲਿਖਾਂ, ਕਿਤੋਂ ਪਤਾ ਹੀ ਨਹੀਂ। ਟਾਈਮ ਉੱਥੇ ਖਰਾਬ ਹੁੰਦਾ ਮੈਮ ਜਦੋਂ ਆਪਾਂ ਸੋਚਦੇ ਹਾਂ ਲਿਖਦੇ ਹਾਂ। ਜਦੋਂ ਸੋਚਦੇ ਆ ਤਾਂ ਪਹਿਲੇ ਹੀ 5 ਮਿੰਟ ਲਾ ਕੇ ਚੰਗੀ ਤਰ੍ਹਾਂ ਸੋਚ ਹੀ ਲਓ। ਸਟਾਰਟਿੰਗ 'ਚ 5 ਮਿੰਟ ਲੱਗ ਰਹੇ, 7 ਮਿੰਟ ਲੈ ਲਓ, 2 ਮਿੰਟ ਐਕਸਟਰਾ ਲੈ ਲਓ, ਪਰ ਹੌਲੀ ਹੌਲੀ ਇਹ ਟਾਈਮ 5 ਮਿੰਟ 4 ਮਿੰਟ ਤੱਕ ਲਿਮਿਟ ਹੀ ਕਰਨਾ ਹੈ। ਹਾਂਜੀ ਠੀਕ ਹੈ, ਫਿਰ ਆਪਾਂ ਸਾਡੀ ਇਹ ਉਹ ਪੁਆਇੰਟ ਅਸੀਂ ਇੱਥੇ ਲਿਖਿਆ ਨਾ, ਉਹੀ ਪੁਆਇੰਟ ਇੱਥੇ ਆ ਜਾਣੇ, ਜੋ ਅਸੀਂ ਇੱਥੇ ਲਿਖਿਆ ਉਹ ਇੱਥੇ ਆ ਜਾਣਾ। ਰੀਟਰੇਟ ਕੀ ਕਰਨਾ, ਆਲਦੋ ਸਮੋਕਿੰਗ, ਇੱਥੇ ਆ ਜਾਏਗਾ ओपिनियन आ सकता है, सो अकॉर्डिंग टू मी इट शुड बी बैंड as it is unhealthy for passive smokers as well as it has negative effects for passive smokers as well as for the environment। मतलब कि मोटी मोटी गल लिखनी है कि पैसिव, हाँ बार बार ऐसे पैसिव स्मोकर तक गल नहीं कर सकते। पासर बायर्स लिख दो, पैसिव स्मोकर्स आ गए, पासर बायर्स जो पास करके जाते हैं, जिथे स्मोकर लिखिया ना उत्थे पासर बायर्स भी लिखो। भी लिख सकते हैं कि बच्चों ਲਈ ਵੀ ਬਹੁਤ ਜ਼ਿਆਦਾ ਉਹ ਸਾਰੇ ਵਿੱਚੇ ਨੇ। ਪਾਸਰ ਬਾਇਰਸ ਚ ਛੋਟੇ ਵੀ ਆ ਸਕਦੇ, ਵੱਡੇ ਵੀ ਆ ਸਕਦੇ, ਬੁੱਢੇ ਵੀ ਆ ਸਕਦੇ, ਬਜ਼ੁਰਗ ਜਵਾਨ ਵੀ ਆ ਸਕਦੇ। ਠੀਕ ਹੈ, ਪਾਸਰ ਬਾਇਰਸ, ਪਾਸਰ ਬਾਇਰਸ ਦੀ ਸਪੈਲਿੰਗ ਚਲੋ ਦੇਖ ਕੇ ਦੱਸਾਂਗੀ। ਪਾਸਰ ਬਾਇਰ ਦੀ ਸਪੈਲਿੰਗ ਮੈਨੂੰ ਥੋੜੇ ਕਨਫਿਊਜ਼ਨ ਹੋ ਰਹੀ। पासर तो बाद हाइफन फिर बाय, पासर बाय ऐदा। ठीक है, समझ आ गई। ओके, कंक्लूजन साडी जेडी हुंदी है यूजुअली 2 लाइनां दी हुंदी है। ठीक है, तीजी लाइन आप कर सकते हैं होप, फियर एंड सजेशन या फियर फॉर फ्यूचर, फ्यूचर दी लेके। So if this problem, if smoking would not banned, it would cause many health issues in the problem in the future, या फिर it is suggested that it should be timely banned, या फिर होप कर दो बैन की गल, जिदा उन्होंने ऑलरेडी क्वेश्चन च कर दी थी, तो होप कर दो दैट इट इज होप दैट इन द फ्यूचर दैट it wouldn't be allowed at the public places। ठीक है, जैसे दूसरा पक्ष सोचिए, ਅਸੀਂ डिसएग्री हैं, ਅਸੀਂ कहने आ कि पब्लिक प्लेसेस ते बैन नहीं होनी चाहिए। क्यों नहीं होनी चाहिए? जे सानू दूसरा पक्ष भी सोचना पै जाए फिर दसो। नहीं होनी चाहिए। हाँ, पब्लिक प्लेसेस बैन नहीं होनी चाहिए, मतलब पब्लिक प्लेसेस च लोग स्मोक कर सकते हैं। फिर ਆਪਾਂ ਨੂੰ ਇਹ ਸੋਚਣਾ ਪਊਗਾ ਕਿ ਇਹ ਫਿਰ ਹਾਰਮਫੁਲ ਨਹੀਂ ਆ ਲੋਕਾਂ ਲਈ, ਸਹੀ ਆ। वो तो क्वेश्चन च कह रहे हेल्थ इश्यूज हो रहे हैं, तुसी किद्दां कह रहे कि सही है? क्वेश्चन कह रहे हेल्थ इश्यूज हो रहे हैं। पहली गल एदा आ सकदा पॉइंट कि इट इज कोई स्मोक कर रहा नहीं कर रहा, अपनी मर्जी ना कर रहा। हाँ जी, ठीक है, ਤੇ ਉਹਦੇ ਵਿੱਚ ਆ ਸਕਦਾ ਕਿ ਉਹਨਾਂ ਦਾ ਰਾਈਟ ਆ ਕਿ ਪਬਲਿਕ ਪਲੇਸਿਸ ਤੇ ਕਰ ਸਕਦੇ ਆ ਸਮੋਕਿੰਗ, ਬੈਨ ਨਹੀਂ ਹੋਣੀ ਚਾਹੀਦੀ। ਠੀਕ ਹੈ, ਇਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਫਲਾਨੀ ਰਿਸਰਚ ਹੋਈ ਹੈ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੇ ਪਾਸਰ ਬਾਇਜ਼ ਹੁੰਦੇ ਆ ਉਹਨਾਂ ਨੂੰ ਇੰਨਾ ਇਫੈਕਟ ਨਹੀਂ ਆਉਂਦਾ। ਠੀਕ ਹੈ, ਸਵੀਡਨ ਚ ਜਾਂ ਫਰਾਂਸ ਚ ਇੱਕ ਰਿਸਰਚ ਹੋਈ ਸੀ। ਠੀਕ ਹੈ, ਉਹਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਸਮੋਕਿੰਗ ज्यादा, मतलब स्मोकिंग जेडी आ वो पासर बायर्स ਲਈ अनहेल्दी नहीं है, सॉरी अनहेल्दी नहीं है, हाँ मतलब इफेक्ट नहीं कर रही, ਉਹਦਾ ਕੋਈ ਅਸਰ ਨਹੀਂ ਹੈਗਾ। ਇਹ ਲਿਖ ਸਕਦੇ एग्जांपल। दूसरा पॉइंट ਅਸੀਂ ਕੀ ਕਹਿ ਸਕਦੇ ਹਾਂ, पर्सनल चॉइस या इट वुड बी लाइक फ्रीडम ਆ ਉਹਨਾਂ ਲਈ। ठीक है, क्योंकि ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਲਈ ਸਮੋਕਿੰਗ ਆ वो एंटरटेनमेंट आ, किसी लिए स्मोकिंग की इट्स अ वे टू रिलीज एंजाइटी। ठीक है,
ਉਹ ਪਰਸਨਲ ਰੀਜ਼ਨ ਤੇ ਕਰ ਰਹੇ ਹੋ ਨਾ, ਪਿੱਛੇ ਕੀ ਰੀਜ਼ਨ ਆ ਕਿਉਂ ਨਹੀਂ ਆ, ਇਸ ਲਈ ਬੈਨ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਪਰਸਨਲ ਡਿਸੀਜਨ ਆ। we should not interfere in each other anyone's decision, ਉਹਨਾਂ ਦੀ ਪਰਸਨਲ ਚੋਇਸ ਆ। ਪਹਿਲਾਂ ਤਾਂ ਰਾਈਟ ਹੋ ਗਿਆ, ਪਬਲਿਕ ਪਲੇਸਿਸ ਤੇ ਕਰ ਸਕਦੇ, ਬਿਕੋਜ਼ ਡੈਮੋਕ੍ਰੇਸੀ ਆ, ਉਹ ਫ੍ਰੀਲੀ ਕਿਤੇ ਵੀ ਕੁਝ ਵੀ ਕਰ ਸਕਦੇ, ਕਿਸੇ ਨੂੰ ਕੋਈ ਹੱਕ ਨਹੀਂ ਰੋਕਣ ਦਾ। ਦੂਸਰਾ ਪੁਆਇੰਟ ਆ, ਇਹ ਪਰਸਨਲ ਡਿਸੀਜਨ ਆ। ਜਿਹੜਾ ਸਮੋਕ ਕਰ ਰਿਹਾ ਆਬਵੀਅਸਲੀ ਉਹ ਇੰਨਾ ਮੈਚੁਰ ਹੈਗਾ, ਉਹਨੂੰ ਆਪਣਾ ਨਫਾ ਨੁਕਸਾਨ ਪਤਾ, ਠੀਕ ਹੈ। ਉਹ ਸਮੋਕਿੰਗ ਕਰ ਰਿਹਾ ਆਪਣੇ ਪਰਸਨਲ ਰੀਜ਼ਨ ਲਈ ਕਰ ਰਿਹਾ, ਆਪਣੀ ਹੈਲਥ ਲਈ ਕਰ ਰਿਹਾ, ਆਪਣੇ ਐਂਟਰਟੇਨਮੈਂਟ ਲਈ ਕਰ ਰਿਹਾ, ਆਪਣੀ ਐਂਜ਼ਾਇਟੀ ਘਟਾਉਣ ਲਈ ਕਰ ਰਿਹਾ, ਜਾਂ ਆਪਣੇ ਸਟ੍ਰੈਸ ਘਟਾਉਣ ਲਈ ਕਰ ਰਿਹਾ। he or she is responsible, ਉਹਦਾ ਹੈਲਥ ਇਸ਼ੂਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹਦਾ ਬਾਕੀਆਂ ਦੇ ਹੈਲਥ ਇਸ਼ੂਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਉਹਦਾ ਪਰਸਨਲ ਡਿਸੀਜਨ ਹੈ, ਠੀਕ ਹੈ। ਜੇ ਆਪਾਂ ਸੋਚੀਏ, ਜੇ ਕੁਐਸਚਨ ਚ ਇਹ ਆ ਜਾਂਦਾ what could be the solution, ਰੀਜ਼ਨ ਤਾਂ ਅਸੀਂ ਦੇ ਦਿੱਤੇ ਕਿ ਆ ਚੀਜ਼ਾਂ ਹੁੰਦੀਆਂ, ਇਹਦਾ ਸੋਲੂਸ਼ਨ ਦੱਸੋ, ਫਿਰ ਤੁਸੀਂ ਕੀ ਲਿਖਦੇ? ਸੋਲੂਸ਼ਨ ਕਿ ਸੈਪਰੇਟ ਪਬਲਿਕ ਸੈਪਰੇਟ ਸਮੋਕਿੰਗ ਪੋਲਸ ਜਾਂ ਸਮੋਕਿੰਗ ਬੂਥ ਬਣਾਉਣੇ ਚਾਹੀਦੇ ਪਬਲਿਕ ਚ, ਕਿ ਜੇ ਕੋਈ ਸਮੋਕਿੰਗ ਕਰਨਾ ਚਾਹੁੰਦਾ ਉਹ ਆਪਣਾ ਉੱਥੇ ਸਮੋਕਿੰਗ ਕਰ ਸਕਦਾ ਹੈ ਵਿਦਆਊਟ ਇਫੈਕਟਿੰਗ ਐਨੀਬਡੀ ਐਲਸ। ਠੀਕ ਹੈ, ਸਮਝ ਆ ਗਈ ਪਲੈਨਿੰਗ ਕਿਉਂ ਇੰਪੋਰਟੈਂਟ ਹੈ ਤਾਂ ਕਿੱਦਾਂ ਕਰਨੀ ਹੈ। ਪਲੈਨਿੰਗ ਕਰੋਗੇ ਤਾਂ ਤੁਹਾਡਾ ਐਸੇ ਸਮੂਥਲੀ ਲਿਖਿਆ ਜਾਊਗਾ, ਜਲਦੀ ਲਿਖਿਆ ਜਾਊਗਾ, ਵਿਦਆਊਟ ਐਨੀ ਕਨਫਿਊਜ਼ਨ, ਠੀਕ ਹੈ। ਤੇ ਵੋਕੈਬਲਰੀ ਤੇ ਵਰਕ ਔਨ ਡੇਲੀ ਕਰਨਾ, ਠੀਕ ਹੈ। ਇਹ ਕਰਦੇ ਰਹੋਗੇ ਆਪਣੇ ਆਪ ਵੋਕੈਬਲਰੀ ਬਣਦੀ ਜਾਣੀ ਹੈ। ਕੋਈ ਬਾਕੀ ਜੋ ਤੁਹਾਡੀ ਗਲਤੀ ਆ ਰਹੀ